ਅੱਜ ਆਪਾਂ ਕਰਾਂਗੇ ਚੈਪਟਰ 3 ਦੇ ਕੁਝ ਇੰਪੋਰਟੈਂਟ ਕੁਐਸਚਨ ਨੇ। ਤਾਂ ਪਹਿਲਾ ਕੁਐਸਚਨ ਕੀ ਆ ਵੀ ਨੋਮੀਨਲ ਜੀਡੀਪੀ ਕਿਹੜੀ ਹੁੰਦੀ ਆ। ਤਾਂ ਨੋਮੀਨਲ ਜੀਡੀਪੀ ਕੀ ਆ ਜਿਹਦੇ ਵਿੱਚ ਆਪਾਂ ਕੈਲਕੂਲੇਸ਼ਨ ਕਰਦੇ ਆ ਵੀ ਜਿਹੜੀ ਆਪਣੀਆਂ ਗੁੱਡਸ ਐਂਡ ਸਰਵਿਸ ਆਪਣੀ ਕੰਟਰੀ ਦੇ ਵਿੱਚ ਜੋ ਵੀ ਪ੍ਰੋਡਿਊਸ ਹੋਈਆਂ ਨੇ ਉਹਦੀ ਆਪਾਂ ਮਾਰਕੀਟ ਵੈਲਿਊ ਦੇਖੀਏ ਵੀ ਕਰੰਟ ਪ੍ਰਾਈਸ ਦੇ ਅਕੋਰਡਿੰਗ ਕਿੰਨੀ ਆ। ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਨੋਮੀਨਲ ਜੀਡੀਪੀ ਕਹਿੰਦੇ ਆ। ਕੁਆਂਟੀਟੀ ਨੂੰ ਆਪਾਂ ਮਲਟੀਪਲਾਈ ਕਰਦੇ ਆ ਪ੍ਰਾਈਸ ਦੇ ਨਾਲ। ਪ੍ਰਾਈਸ ਕਿਹੜਾ ਇੱਥੇ ਕਰੰਟ ਪ੍ਰਾਈਸ। ਤਾਂ ਜਿਹੜੀ ਆਪਣੀ ਨੋਮੀਨਲ ਜੀਡੀਪੀ ਆ ਇਹ ਇਨਕਰੀਜ਼ ਹੋ ਸਕਦੀ ਆ ਕੁਆਂਟੀਟੀ ਦੇ ਇਨਕਰੀਜ਼ ਹੋਣ ਦੇ ਨਾਲ ਵੀ ਐਂਡ ਪ੍ਰਾਈਸ ਦੇ ਇਨਕਰੀਜ਼ ਹੋਣ ਦੇ ਨਾਲ ਵੀ। ਬਟ ਬੈਨੀਫਿਟ ਆਪਾਂ ਨੂੰ ਕਦੋਂ ਹੋਊਗਾ ਜਦੋਂ ਸਿਰਫ ਜਿਹੜੀ ਆਪਣੀ ਨੋਮੀਨਲ ਜੀਡੀਪੀ ਇਨਕਰੀਜ਼ ਹੋਊਗੀ ਜਿਹੜਾ ਆਪਣੀ ਕੁਆਂਟੀਟੀ ਇਨਕਰੀਜ਼ ਹੋਣ ਦੇ ਨਾਲ ਪ੍ਰਾਈਸ ਆਪਣਾ ਕੀ ਆ ਸੇਮ ਰਹੂਗਾ। ਕਿਉਂਕਿ ਇਸ ਕੇਸ ਦੇ ਵਿੱਚ ਗੁੱਡਸ ਐਂਡ ਸਰਵਿਸ ਦਾ ਫਲੋ ਕੀ ਹੋਊਗਾ ਜ਼ਿਆਦਾ ਹੋਊਗਾ। ਬਟ ਜੇ ਕੁਆਂਟੀਟੀ ਸੇਮ ਆ ਪ੍ਰਾਈਸ ਇਨਕਰੀਜ਼ ਹੋਣ ਨਾਲ ਜੀਡੀਪੀ ਇਨਕਰੀਜ਼ ਹੋ ਰਹੀ ਹੈ ਨੋਮੀਨਲ ਤਾਂ ਇੱਥੇ ਕੀ ਆ ਆਪਣੀ ਪਰਚੇजिंग ਪਾਵਰ ਕੀ ਹੋਊਗੀ ਰਿਡਿਊਸ ਹੋਊਗੀ। ਉਸ ਤੋਂ ਬਾਅਦ ਆ ਗਿਆ ਰੀਅਲ ਜੀਡੀਪੀ। ਰੀਅਲ ਜੀਡੀਪੀ ਆਪਾਂ ਕਿਵੇਂ ਕੈਲਕੂਲੇਟ ਕਰਦੇ ਆ ਵੀ ਜੋ ਵੀ ਆਪਣੀ ਕੰਟਰੀ ਦੇ ਵਿੱਚ ਮਤਲਬ ਕੁਆਂਟੀਟੀ ਪ੍ਰੋਡਿਊਸ ਹੋਈ ਆ ਉਹਨੂੰ ਮਲਟੀਪਲਾਈ ਕਰੀਏ ਆਪਾਂ ਬੇਸ ਈਅਰ ਪ੍ਰਾਈਸ ਦੇ ਨਾਲ ਤਾਂ ਉਹ ਆਪਣੀ ਕੀ ਆਊਗੀ ਰੀਅਲ ਜੀਡੀਪੀ ਆਊਗੀ। ਰੀਅਲ ਜੀਡੀਪੀ ਜਿਹੜੀ ਇਨਕਰੀਜ਼ ਹੋਣੀ ਆ ਉਹ ਸਿਰਫ ਕਿਵੇਂ ਇਨਕਰੀਜ਼ ਹੋਊਗੀ ਜਦੋਂ ਕੁਆਂਟੀਟੀ ਕੀ ਆ ਇਨਕਰੀਜ਼ ਹੋਊਗੀ। ਪ੍ਰਾਈਸ ਆਪਣਾ ਕੀ ਆ ਸੇਮ ਆ ਕਿਉਂਕਿ ਬੇਸ ਈਅਰ ਆਪਾਂ ਪ੍ਰਾਈਸ ਲੈ ਰਹੇ ਹਾਂ। ਰੀਅਲ ਜੀਡੀਪੀ ਇਨਕਰੀਜ਼ ਹੋਊਗੀ ਤਾਂ ਸਿਰਫ ਕੁਆਂਟੀਟੀ ਦੇ ਇਨਕਰੀਜ਼ ਹੋਣ ਨਾਲ ਹੀ ਹੋਊਗੀ। ਪ੍ਰਾਈਸ ਇੱਥੇ ਆਪਣਾ ਕੀ ਆ ਸੇਮ ਰਹੂਗਾ। ਉਸ ਤੋਂ ਬਾਅਦ ਆ ਗਿਆ ਜੀ ਨੈਸ਼ਨਲ ਇਨਕਮ ਇਜ਼ ਆਲਵੇਜ਼ ਗ੍ਰੇਟਰ ਦੈਨ ਡੋਮੈਸਟਿਕ ਇਨਕਮ। ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਵਾਰ ਜਿਹੜੀ ਨੈਸ਼ਨਲ ਇਨਕਮ ਉਹ ਜ਼ਿਆਦਾ ਹੋਊਗੀ ਡੋਮੈਸਟਿਕ ਇਨਕਮ ਦੇ ਨਾਲੋਂ। ਤੇ ਜਿਹੜੀ ਆਪਣੀ ਇਹ ਸਟੇਟਮੈਂਟ ਕੀ ਆ ਫਾਲਸ ਆ ਕਿਉਂਕਿ ਡੋਮੈਸਟਿਕ ਇਨਕਮ ਕੀ ਆ ਵੀ ਜੋ ਆਪਣੀ ਕੰਟਰੀ ਦੇ ਵਿਦਨ ਜਿੰਨੀ ਵੀ ਇਨਕਮ ਜਨਰੇਟ ਹੋਈ ਆ ਉਹਦੇ ਟੋਟਲ ਨੂੰ ਆਪਾਂ ਕੀ ਕਹਿੰਦੇ ਆ ਡੋਮੈਸਟਿਕ ਇਨਕਮ ਕਹਿੰਦੇ ਆ। ਤੇ ਨੈਸ਼ਨਲ ਇਨਕਮ ਕਿਵੇਂ ਕੈਲਕੂਲੇਟ ਕਰਦੇ ਆ ਜਦੋਂ ਆਪਾਂ ਡੋਮੈਸਟਿਕ ਇਨਕਮ ਦੇ ਵਿੱਚ ਇਹ ਐਡ ਕਰ ਦਈਏ ਜਿਹੜਾ ਨੈਟ ਫੈਕਟਰ ਇਨਕਮ ਫਰੋਮ ਆਪਣਾ ਐਬਰੋਡ ਹੁੰਦਾ ਤਾਂ ਉਹ ਇਕੁਅਲ ਹੁੰਦਾ ਕਿਹਦੇ ਨੈਸ਼ਨਲ ਇਨਕਮ ਦੇ। ਹੁਣ ਸਮ ਟਾਈਮ ਹੁਣ ਦੇਖੋ ਡੋਮੈਸਟਿਕ ਇਨਕਮ ਆਪਣੇ ਕੋਲ ਮੰਨ ਲਓ ਕਿੰਨਾ ਵਾ 600 ਆ। ਨੈਟ ਫੈਕਟਰ ਇਨਕਮ ਫਰੋਮ ਐਬਰੋਡ ਆਪਣੇ ਕੋਲ ਮੰਨ ਲਓ ਵੀ 200 ਆ। ਤਾਂ ਆਪਣੇ ਕੋਲੇ 800 ਕੀ ਆ ਗਿਆ ਨੈਸ਼ਨਲ ਇਨਕਮ ਆ ਗਈ। ਹੁਣ ਸਮ ਟਾਈਮ ਕੀ ਹੁੰਦਾ ਵੀ ਜਿਹੜਾ ਆਪਣਾ ਨੈਟ ਫੈਕਟ ਇਨਕਮ ਫਰੋਮ ਐਬਰੋਡ ਆ ਉਹ ਨੈਗੇਟਿਵ ਦੇ ਵਿੱਚ ਹੁੰਦਾ। ਹੁਣ ਮੰਨ ਲਓ ਵੀ ਜਿਹੜਾ ਆਪਣਾ ਨੈਟ ਫੈਕਟ ਇਨਕਮ ਫਰੋਮ ਐਬਰੋਡ ਕੀ ਆ ਉਹ -200 ਆ। ਤਾਂ ਇਸ ਕੇਸ ਦੇ ਵਿੱਚ ਜਿਹੜਾ ਆਪਣਾ ਆਨਸਰ ਆਊਗਾ ਕਿੰਨਾ ਆਊਗਾ ਜੀ ਉਹ 400 ਆਊਗਾ। ਤਾਂ ਜਦੋਂ ਨੈਟ ਫੈਕਟ ਇਨਕਮ ਫਰੋਮ ਐਬਰੋਡ ਪੋਜ਼ਿਟਿਵ ਆ ਉਹਨੂੰ ਐਡ ਕਰਾਂਗੇ ਡੋਮੈਸਟਿਕ ਇਨਕਮ ਦੇ ਵਿੱਚ ਤਾਂ ਨੈਸ਼ਨਲ ਇਨਕਮ ਜ਼ਿਆਦਾ ਹੋਊਗੀ ਡੋਮੈਸਟਿਕ ਇਨਕਮ ਦੇ ਨਾਲੋਂ। ਜਦੋਂ ਨੈਟ ਫੈਕਟ ਇਨਕਮ ਫਰੋਮ ਐਬਰੋਡ ਆਪਣਾ ਨੈਗੇਟਿਵ ਦੇ ਵਿੱਚ ਆ ਉਸ ਕੇਸ ਜਿਹੜੀ ਆਪਣੀ ਨੈਸ਼ਨਲ ਇਨਕਮ ਆ ਉਹ ਲੈਸ ਦੈਨ ਹੋਊਗੀ ਡੋਮੈਸਟਿਕ ਇਨਕਮ ਦੇ ਨਾਲੋਂ। ਉਸ ਤੋਂ ਬਾਅਦ ਆ ਗਿਆ ਜੀ ਡੋਮੈਸਟਿਕ ਇਨਕਮ ਐਜ਼ ਵੈਲ ਐਜ਼ ਨੈਸ਼ਨਲ ਇਨਕਮ ਇਨਕਲੂਡ ਓਨਲੀ ਫੈਕਟਰ ਇਨਕਮਸ। ਤੇ ਇਹਦਾ ਆਨਸਰ ਕੀ ਆ ਜੀ ਟਰੂ ਆ ਕਿਉਂਕਿ ਚਾਹੇ ਆਪਾਂ ਨੈਸ਼ਨਲ ਇਨਕਮ ਕੈਲਕੂਲੇਟ ਕਰੀਏ ਚਾਹੇ ਡੋਮੈਸਟਿਕ ਤਾਂ ਉਹਦੇ ਵਿੱਚ ਆਪਾਂ ਫੈਕਟਰ ਇਨਕਮ ਹੀ ਇਨਕਲੂਡ ਕਰਦੇ ਹਾਂ ਜਿਸ ਦੇ ਬਦਲੇ ਆਪਾਂ ਨੇ ਸਰਵਿਸ ਪ੍ਰੋਵਾਈਡ ਕਰੀਆਂ ਨੇ ਜੋ ਆਪਣੇ ਫੈਕਟਰ ਆਫ ਪ੍ਰੋਡਕਸ਼ਨ ਨੇ। ਤਾਂ ਉਹਨਾਂ ਦੇ ਬਦਲੇ ਉਹਨਾਂ ਨੂੰ ਕੀ ਆ ਫੈਕਟਰ ਪੇਮੈਂਟ ਰਿਸੀਵ ਹੁੰਦੀ ਆ ਜੋ ਫੈਕਟਰ ਇਨਕਮ ਆ ਜੋ ਰੈਂਟ ਇੰਟਰਸਟ ਪ੍ਰੋਫਿਟ ਆਪਾਂ ਨੇ ਰਿਸੀਵ ਕੀਤਾ। ਉਸ ਤੋਂ ਬਾਅਦ ਜੋ ਆਪਣੀ ਡੋਮੈਸਟਿਕ ਇਨਕਮ ਕੀ ਹੁੰਦੀ ਆ ਡੋਮੈਸਟਿਕ ਇਨਕਮ ਜੋ ਆਪਣੀ ਡੋਮੈਸਟਿਕ ਟੈਰੀਟਰੀ ਆ ਉਹਦੇ ਮਤਲਬ ਜੋ ਆਪਣੀ ਕੰਟਰੀ ਆ ਉਹਦੇ ਵਿਦਨ ਜੋ ਵੀ ਇਨਕਮ ਜਨਰੇਟ ਹੋਈ ਆ ਉਹਦੇ ਟੋਟਲ ਨੂੰ ਆਪਾਂ ਕੀ ਕਹਿੰਦੇ ਆ ਡੋਮੈਸਟਿਕ ਇਨਕਮ ਕਹਿੰਦੇ ਆ। ਉਹਦੇ ਵਿੱਚ ਆਪਾਂ ਕੀ ਇਨਕਲੂਡ ਕਰਦੇ ਆ ਰੈਂਟ ਇੰਟਰਸਟ ਕੰਪਨਸੇਸ਼ਨ ਆਫ EMPLOYE ਪਲੱਸ ਪ੍ਰੋਫਿਟ। ਇਹ ਕੀ ਆ ਆਪਣੀ ਫੈਕਟਰ ਇਨਕਮ। ਤੇ ਨੈਸ਼ਨਲ ਇਨਕਮ ਕੀ ਹੁੰਦੀ ਹੈ ਵੀ ਜੋ ਆਪਣੀ ਕੰਟਰੀ ਦੇ ਨਾਰਮਲ ਰੈਜ਼ੀਡੈਂਟਸ ਨੇ ਉਹਨਾਂ ਦੁਆਰਾ ਅਕਾਊਂਟਿੰਗ ਈਅਰ ਦੇ ਵਿੱਚ ਜਿੰਨੀ ਇਨਕਮ ਜਨਰੇਟ ਹੋਈ ਆ ਰਿਸੀਵ ਕਰੀ ਆ ਤਾਂ ਉਹਦੇ ਟੋਟਲ ਨੂੰ ਆਪਾਂ ਕੀ ਕਹਾਂਗੇ ਨੈਸ਼ਨਲ ਇਨਕਮ ਕਹਾਂਗੇ। ਤਾਂ ਇਹਦੇ ਵਿੱਚ ਵੀ ਆਪਾਂ ਕੀ ਇਨਕਲੂਡ ਕਰਦੇ ਆ ਓਨਲੀ ਫੈਕਟਰ ਇਨਕਮ। ਤੇ ਉਸ ਤੋਂ ਬਾਅਦ ਕਹਿੰਦੇ ਪ੍ਰੋਡਕਸ਼ਨ ਆਫ ਡਿਫੈਂਸ ਗੁੱਡਸ ਇਜ਼ ਅ ਲਿਮਿਟੇਸ਼ਨ ਆਫ GDP ਐਜ਼ ਐਨ ਇੰਡੈਕਸ ਆਫ ਸੋਸ਼ਲ ਵੈਲਫੇਅਰ। ਤਾਂ ਜਿਹੜੀ ਆਪਣੀ ਪ੍ਰੋਡਕਸ਼ਨ ਆਫ ਆਪਣੀ ਡਿਫੈਂਸ ਗੁੱਡਸ ਆ ਇਹ ਕੀ ਆ ਲਿਮਿਟੇਸ਼ਨ ਆਫ GDP ਐਜ਼ ਐਨ ਇੰਡੈਕਸ ਆਫ ਸੋਸ਼ਲ ਵੈਲਫੇਅਰ। ਉਹਦਾ ਕਾਰਨ ਕੀ ਆ ਵੀ ਜਿਹੜੀ ਆਪਣੀ ਪ੍ਰੋਡਕਸ਼ਨ ਆਫ ਡਿਫੈਂਸ ਗੁੱਡਸ ਆ ਇਹ ਆਪਾਂ ਨੂੰ ਕੀ ਆ ਜਿਹੜੇ ਆਪਣੇ ਹਾਊਸ ਹੋਲਡ ਨੇ ਜੋ ਆਪਣੇ ਪੀਪਲ ਨੇ ਉਹਨਾਂ ਨੂੰ ਕੀ ਆ ਡਾਇਰੈਕਟਲੀ ਬੈਨੀਫਿਟ ਇਹਦਾ ਮਤਲਬ ਡਾਇਰੈਕਟਲੀ ਬੈਨੀਫਿਟ ਕੋਈ ਨਹੀਂ ਹੁੰਦਾ ਹੈਗਾ। ਇਸ ਕਰਕੇ ਵੀ ਜਿਹੜੀ ਆਪਣੀ ਪ੍ਰੋਡਕਸ਼ਨ ਆਫ ਡਿਫੈਂਸ ਗੁੱਡਸ ਉਹਨੂੰ ਆਪਾਂ ਕੀ ਆ ਲਿਮਿਟੇਸ਼ਨ ਕਹਿੰਦੇ ਆ ਆਫ GDP ਐਜ਼ ਐਨ ਇੰਡੈਕਸ ਆਫ ਸੋਸ਼ਲ ਵੈਲਫੇਅਰ। ਤੇ ਆਪਣੇ ਬੇਸਿਕ ਕੁਐਸਚਨ ਸੀ। ਤੇ ਹੁਣ ਆਪਣੇ ਪੜਿਆ ਸੀ ਵੀ ਇੱਕ ਆਪਣੀ ਫੈਕਟਰ ਇਨਕਮ ਆ। ਫੈਕਟਰ ਇਨਕਮ ਡਿਫਰੈਂਟ ਹੁੰਦੀ ਹੈ ਕਿਹਦੇ ਨਾਲੋਂ ਟ੍ਰਾਂਸਫਰ ਇਨਕਮ ਦੇ ਨਾਲੋਂ। ਟ੍ਰਾਂਸਫਰ ਇਨਕਮ ਕਿਹੜੀ ਹੁੰਦੀ ਹੈ ਜੋ ਆਪਾਂ ਨੂੰ ਐਜ਼ ਏ ਹੈਲਪ ਮਿਲਦੀ ਹੈ ਜਿਵੇਂ ਸਕਾਲਰਸ਼ਿਪ ਹੋ ਗਈ 올ਡ ਏਜ ਪੈਨਸ਼ਨ ਹੋ ਗਈ। ਇਹ ਆਪਣੀ ਕੀ ਆ ਟ੍ਰਾਂਸਫਰ ਇਨਕਮ ਆ ਜਿਹਦੇ ਬਦਲੇ ਆਪਾਂ ਨੇ ਕੋਈ ਸਰਵਿਸ ਪ੍ਰੋਵਾਈਡ ਨਹੀਂ ਕਰੀ ਹੈਗੀ। ਬਟ ਫੈਕਟਰ ਇਨਕਮ ਆ ਜਿਹਦੇ ਬਦਲੇ ਆਪਾਂ ਨੇ ਫੈਕਟਰ ਸਰਵਿਸ ਪ੍ਰੋਵਾਈਡ ਕਰੀਆਂ ਨੇ ਜੋ ਆਪਣੇ ਫੈਕਟਰ ਪ੍ਰੋਡਕਸ਼ਨ ਨੇ ਉਹਨਾਂ ਦੁਆਰਾ ਜੋ ਫੈਕਟਰ ਸਰਵਿਸ ਹੋਈਆਂ ਨੇ ਉਹਦੇ ਬਦਲੇ ਜੋ ਪੈਸਾ ਰਿਸੀਵ ਹੋਇਆ ਆਪਾਂ ਨੂੰ ਇਨਕਮ ਰਿਸੀਵ ਹੋਈ ਆ ਉਹ ਆਪਣੀ ਫੈਕਟਰ ਇਨਕਮ ਆ। ਤਾਂ ਫੈਕਟਰ ਇਨਕਮ ਨੂੰ ਹੀ ਆਪਾਂ ਇਨਕਲੂਡ ਕਰਦੇ ਆ ਜਦੋਂ ਆਪਾਂ ਡੋਮੈਸਟਿਕ ਇਨਕਮ ਕੈਲਕੂਲੇਟ ਕਰਦੇ ਆ ਤੇ ਜਦੋਂ ਆਪਾਂ ਨੈਸ਼ਨਲ ਇਨਕਮ ਕੈਲਕੂਲੇਟ ਕਰਦੇ ਆ। ਤਾਂ ਉਮੀਦ ਕਰਦੇ ਹਾਂ ਕਿ ਅੱਜ ਦੇ ਕਨਸੈਪਟ ਸੀ ਕਲੀਅਰ ਹੋ ਗਏ ਹੋਣਗੇ। ਤਾਂ ਜਿਹੜੀ ਆਪਣੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਥੈਂਕ ਯੂ।